ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਟੂ ਦੀ ਚੈਨਲ ਆਫ ਆਪਟੀਮਿਸਟਿਕ ਫੋਰਸ ਮਾਈ ਨੇਮ ਇਜ਼ ਅਮਨੀਤ ਸਿੰਘ ਆਈ ਐਮ ਦੀ ਫਾਊਂਡਰ ਐਂਡ ਐਮਡੀ ਆਫ ਦਿਸ ਇੰਸਟੀਟਿਊਟ ਤੇ ਅਸੀਂ ਆਇਲਸ ਤੇ ਪੀਟੀ ਦੀ ਟ੍ਰੇਨਿੰਗ ਦੇ ਰਹੇ ਹਾਂ ਪਿਛਲੇ 7-8 ਸਾਲ ਤੋਂ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਰਿਆਂ ਨਾਲ ਇਹ ਡਿਸਕਸ ਕਰਨ ਜਾ ਰਿਹਾ ਵੀ ਉਹ ਗਲਤੀਆਂ ਜੋ ਤੁਸੀਂ ਆਇਲਸ ਦੇ ਲਿਸਨਿੰਗ ਮੋਡਿਊਲ 'ਚ ਜ਼ਿਆਦਾਤਰ ਕਰਦੇ ਹੋ ਤੇ ਜੋ ਨਹੀਂ ਕਰਨੀ ਚਾਹੀਦੀਆਂ ਓਬਵੀਅਸਲੀ ਤੇ ਕੀ ਕਰਨਾ ਚਾਹੀਦਾ ਇਹਦੇ ਉੱਤੇ ਆਪਾਂ ਵਿਚਾਰ ਕਰਾਂਗੇ ਅੱਜ ਠੀਕ ਹੈ ਤਾਂ ਦੇਖੋ ਆਇਲਸ ਲਿਸਨਿੰਗ ਕਦੇ ਵੀ ਤੁਸੀਂ ਰੋਜ਼ ਆਇਲਸ ਦਾ ਮੋਡਿਊਲ ਅਟੈਂਪਟ ਕਰਕੇ ਨਹੀਂ ਇੰਪਰੂਵ ਕਰ ਪਾਓਗੇ ਪਹਿਲਾਂ ਤਾਂ ਇਹ ਫੰਡਾ ਦਿਮਾਗ 'ਚੋਂ ਕਲੀਅਰ ਕਰ ਲਓ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਇਲਸ ਦੀ ਲਿਸਨਿੰਗ ਜਿਹੜੀ ਆ ਇਟਸ ਸਮਵੇਅਰ ਅਰਾਊਂਡ 30 ਮਿੰਟਸ ਹੈ ਨਾ 30 ਮਿੰਟ ਦੀ ਹੁੰਦੀ ਹੈ ਤੇ 30 ਮਿੰਟ ਦੀ ਲਿਸਨਿੰਗ ਦੇ ਵਿੱਚ ਮੋਟੇ 5-7 ਕੁਐਸਚਨ ਟਾਈਪਸ ਹੁੰਦੇ ਨੇ ਜਿਵੇਂ MCQs ਹੁੰਦੇ ਨੇ ਦੈਨ ਗ੍ਰਾਫਸ ਆ ਜਾਂਦੇ ਨੇ ਦੈਨ ਸਾਡੇ ਕੋਲ ਫਿਲਅਪਸ ਆ ਜਾਣਗੇ ਦੈਨ ਵਨ ਵਰਡ ਆਨਸਰਸ ਹੋ ਜਾਣਗੇ ਹੈ ਨਾ ਤਾਂ ਇੱਦਾਂ ਦੇ ਟਰੂ ਫਾਲਸ ਆ ਜਾਂਦੇ ਨੇ ਤਾਂ ਇਹਦੇ ਵਿੱਚ 4 ਵੱਖਰੀ ਤਰ੍ਹਾਂ ਦੀ ਤਰੀਕਿਆਂ ਦੀ ਰਿਕਾਰਡਿੰਗਸ ਹੁੰਦੀਆਂ ਨੇ ਤੇ ਜ਼ਿਆਦਾਤਰ ਇਟ ਕੁਡ ਬੀ ਰਿਲੇਟਡ ਟੂ ਹੋਟਲ ਬੁਕਿੰਗ ਔਰ ਟਿਕਟ ਬੁਕਿੰਗ ਰਾਈਟ ਔਰ could be a discussion dialogue between a student and a teacher for the research project or some assignment then again monologue as well monologue ਦਾ ਮਤਲਬ ਇੱਕੋ ਹੀ ਬੰਦਾ ਬੋਲ ਰਿਹਾ ਹੁੰਦਾ ਤਾਂ ਉਹਦੇ ਰਿਲੇਟਡ ਵੀ ਇਨਫੋਰਮੇਸ਼ਨ ਹੁੰਦੀ ਹੈ ਕੋਈ ਵੀ ਸਬਜੈਕਟ ਰਿਲੇਟਡ ਜਾਂ ਕੋਈ ਟਰੈਕਿੰਗ ਜਾਂ ਹਾਈਕਿੰਗ ਜਾਂ ਕੋਈ ਵੀ ਐਡਵੈਂਚਰ ਦੇ ਰਿਲੇਟਡ ਕਿਤੇ ਨਾ ਕਿਤੇ ਮੋਨੋਲੋਗ ਹੁੰਦਾ ਹੈ ਨਾ ਹੁਣ ਤੁਸੀਂ ਕੋਸ਼ਿਸ਼ ਤਾਂ ਕਰਦੇ ਹੋ ਵੀ ਆਪਾਂ ਉਹਨੂੰ ਲੱਭੀਏ ਵੀ ਜੋ ਕੀ ਕਹਿੰਦਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਆਨਸਰ ਲੱਭੀਏ ਅਤੇ ਆਪਣਾ ਵਧੀਆ ਸਕੋਰ ਕਰੀਏ ਹੁਣ ਦਿੱਕਤ ਇੱਥੇ ਆਉਂਦੀ ਹੈ ਵੀ ਤੁਸੀਂ ਸਰਕਾਰੀ ਸਕੂਲ 'ਚੋਂ ਪੜ੍ਹੇ ਹੋ ਜਾਂ ਤੁਸੀਂ CBSE 'ਚੋਂ ਵੀ ਪੜ੍ਹੇ ਹੋ ਠੀਕ ਹੈ ਪਰ ਤੁਹਾਡੀ ਇੰਨੀ ਇੰਗਲਿਸ਼ 'ਤੇ ਕਮਾਂਡ ਨਹੀਂ ਹੈ ਇੰਗਲਿਸ਼ ਲਿਸਨਿੰਗ 'ਤੇ ਕਮਾਂਡ ਨਹੀਂ ਹੈ ਤੁਸੀਂ MA ਵੀ ਹੋ ਸਕਦੇ ਹੋ ਇੰਗਲਿਸ਼ ਉੱਤੇ ਫਿਰ ਵੀ ਤੁਸੀਂ ਕਦੀ ਇੰਨੀ ਇੰਗਲਿਸ਼ ਸੁਣੀ ਨਹੀਂ ਤੁਸੀਂ ਕਦੀ ਇੰਗਲਿਸ਼ ਉੱਤੇ ਪੋਡਕਾਸਟ ਨਹੀਂ ਸੁਣੇ ਤੁਸੀਂ ਕਦੀ ਵੱਡੇ ਲੈਕਚਰਸ ਨਹੀਂ ਸੁਣੇ ਤੁਸੀਂ ਕਦੀ ਮੂਵੀਜ਼ ਨਹੀਂ ਦੇਖੀਆਂ ਵੈਬ ਸੀਰੀਜ਼ ਨਹੀਂ ਦੇਖੀਆਂ ਹੈ ਨਾ ਤੁਸੀਂ ਕਦੀ ਵੱਡੀਆਂ ਡਿਸਕਸ਼ਨਸ ਨਹੀਂ ਦੇਖੀਆਂ ਇੰਗਲਿਸ਼ ਉੱਤੇ ਕਦੀ ਸੁਣੀਆਂ ਨਹੀਂ ਉਹਨਾਂ ਨੂੰ ਤਾਂ ਅਗਰ ਤੁਸੀਂ ਇਹ ਕੰਮ ਨਹੀਂ ਕੀਤੇ ਕਦੀ ਤਾਂ ਅੱਜ ਕਿਵੇਂ ਕਰ ਲਓਗੇ ਸਵਾਲ ਇਹ ਤਾਂ ਆਇਲਸ ਦੀ ਲਿਸਨਿੰਗ ਦੇ ਵਿੱਚ ਉਹ ਕਿਵੇਂ ਕਰੋਗੇ ਸਾਰਾ ਕੁਝ ਸੋਚਣ ਵਾਲੀ ਗੱਲ ਹੈ ਨਾ ਤੁਸੀਂ ਉਹ ਨਹੀਂ ਕਰ ਪਾਓਗੇ ਤਾਂ ਤੁਸੀਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸਭ ਤੋਂ ਵੱਡੀ ਮਿਸਟੇਕ ਹੀ ਇਹੀ ਹੈ ਵੀ ਅਸੀਂ ਬਿਨਾਂ ਜਾਣੇ ਕਿਸੇ ਚੀਜ਼ ਨੂੰ ਕੰਮ ਕਰਨ ਲੱਗਿਆ ਇਹ ਤਾਂ ਉੱਦਾਂ ਹੀ ਹੋ ਗਿਆ ਨਾ ਵੀ ਅਸੀਂ ਕਿਸੇ ਫੀਲਡ ਦੀ ਸਮਝ ਨਹੀਂ ਰੱਖਦੇ ਅਤੇ ਉਹਦੇ 'ਚ ਇਨਵੈਸਟ ਕਰਨ ਜਾ ਰਹੇ ਹਾਂ ਠੀਕ ਹੈ ਤੁਹਾਨੂੰ ਨਹੀਂ ਪਤਾ ਵੀ ਪ੍ਰੋਪਰਟੀ ਦੇ ਵਿੱਚ ਕਿੱਦਾਂ ਇਨਵੈਸਟ ਕਰੀਦਾ ਅਤੇ ਤੁਸੀਂ ਇਨਵੈਸਟ ਕਰਨ ਜਾ ਰਹੇ ਹੋ ਤੁਹਾਨੂੰ ਨਹੀਂ ਪਤਾ ਸਟਾਕ ਮਾਰਕੀਟ ਦੇ ਵਿੱਚ ਕਿੱਦਾਂ ਇਨਵੈਸਟ ਕਰਨਾ ਆ ਮਿਊਚੁਅਲ ਫੰਡਸ ਕਿੱਦਾਂ ਕਰਨਾ ਆ ਤੁਹਾਨੂੰ ਨਹੀਂ ਪਤਾ ਵੀ FD ਦੇ ਵਿੱਚ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਹਾਲ ਦੀ ਘੜੀ ਕੱਲ੍ਹ ਨੂੰ ਕਰਾਂਗਾ ਨਹੀਂ ਕਰਾਂਗਾ ਪਹਿਲਾਂ ਕਰਨਾ ਚਾਹੀਦਾ ਸੀ ਨਹੀਂ ਕਰਨਾ ਚਾਹੀਦਾ ਸੀ ਸੋ ਯੂ ਨੈਵਰ ਨੋ ਹੈ ਨਾ ਵੀ ਵਾਟਸ ਐਕਚੁਅਲੀ ਦ ਕਰਕਸ ਆਫ ਦੀ ਸਿਚੁਏਸ਼ਨ ਐਂਡ ਯੂ ਆਰ ਜੰਪਿੰਗ ਇਨ ਟੂ ਇਟ ਤੁਹਾਨੂੰ ਪਾਣੀ ਦੀ ਡੂੰਘਾਈ ਨਹੀਂ ਪਤਾ ਪਰ ਤੁਸੀਂ ਛਲਾਂਗ ਮਾਰ ਰਹੇ ਹੋ ਤਾਂ ਉੱਦਾਂ ਹੀ ਤੁਸੀਂ ਗੱਲ ਨੂੰ ਸਮਝੋ ਲਿਸਨਿੰਗ ਮੋਡਿਊਲ ਦੇ ਵਿੱਚ ਕੋਰ ਲਿਸਨਿੰਗ ਸਕਿੱਲਸ ਹੀ ਜੱਜ ਹੁੰਦੀਆਂ ਨੇ ਉਹਦੇ ਬੇਸ 'ਤੇ ਹੀ ਤੁਸੀਂ ਉਹ ਚੀਜ਼ਾਂ ਦਾ ਜਵਾਬ ਦੇ ਸਕਦੇ ਹੋ ਹੈ ਨਾ ਤਾਂ ਤੁਸੀਂ ਬਿਨਾਂ ਸਮਝੇ ਨਹੀਂ ਦੇ ਪਾਓਗੇ ਤਾਂ ਉਹਦੇ ਲਈ ਤੁਸੀਂ ਆਪਣੀ ਸੋਰਸਿਸ ਆਫ ਜਿਹੜੀ ਲਿਸਨਿੰਗ ਹੈ ਨਾ ਉਹਨੂੰ ਇੰਪਰੂਵ ਕਰੋ ਤਾਂ ਤੁਸੀਂ ਅੱਜ ਕੱਲ੍ਹ Netflix 'ਤੇ ਜਾਂ YouTube 'ਤੇ ਜਾਂ ਹੋਰ ਕੋਈ ਮੀਡੀਅਮ ਹੈਗਾ ਪੋਡਕਾਸਟ ਸੁਣੋ ਉਹਦੇ ਥਰੂ ਲਿਸਨਿੰਗ ਨੂੰ ਮਤਲਬ ਕਰੋ ਪ੍ਰੈਕਟਿਸ ਕਰੋ ਜਿਹੜੀ ਲਿਸਨਿੰਗ ਹੈ ਇੰਗਲਿਸ਼ ਲਿਸਨਿੰਗ ਹੈ ਫੋਰ ਐਗਜ਼ਾਮਪਲ ਹੁਣ ਬਹੁਤ ਪੋਪੂਲਰ ਵੈਬ ਸੀਰੀਜ਼ ਨੇ ਜਿਵੇਂ ਸੂਟਸ ਹੈ ਮਨੀ ਹਾਈਸਟ ਹੈ ਦੈਨ ਹਾਊਸ ਆਫ ਕਾਰਡਸ ਹੈ ਨਾ ਤਾਂ ਇੱਦਾਂ ਹੀ ਸ਼ੈਰਲੌਕ ਹੋਮਸ ਦੀ TV ਸੀਰੀਜ਼ ਹੈ ਫਰੈਂਡਸ ਦੀ ਵੈਬ ਸੀਰੀਜ਼ ਹੈ ਦੀ ਮੋਸਟ ਪੋਪੂਲਰ ਵੈਬ ਸੀਰੀਜ਼ ਆਫ ਆਲ ਟਾਈਮਸ ਰਾਈਟ ਇਹਨਾਂ ਸਾਰੀਆਂ ਵੈਬ ਸੀਰੀਜ਼ ਨੂੰ ਤੁਸੀਂ ਵਾਚ ਆਊਟ ਕਰੋ ਨਾ Netflix 'ਤੇ ਤੁਸੀਂ ਘੱਟੋ ਘੱਟ 10 ਸੀਜ਼ਨ ਕਿਸੇ ਇੱਕ ਵੈਬ ਸੀਰੀਜ਼ ਦੇ ਦੇਖ ਲਓ ਮੈਂ ਗਾਰੰਟੀ ਨਾਲ ਕਹਿ ਸਕਦਾ ਤੁਸੀਂ ਅਗਰ 5 ਬੈਂਡ 'ਤੇ ਹੈਗੇ ਹੋ ਤੁਸੀਂ 6.5 'ਤੇ ਆ ਜਾਓਗੇ ਅਗਰ ਤੁਸੀਂ 6.5 'ਤੇ ਹੈਗੇ ਹੋ ਤਾਂ ਤੁਸੀਂ 7.5 ਕ੍ਰਾਸ ਕਰ ਜਾਓਗੇ ਈਜ਼ੀਲੀ ਸਿਰਫ ਇਹੀ ਸੀਜ਼ਨਸ ਨੂੰ ਇਹੀ ਵੈਬ ਸੀਰੀਜ਼ ਨੂੰ ਸੁਣਨ ਦੇ ਨਾਲ ਹੁਣ ਕਿੰਨਾ ਸੌਖਾ ਦੇਖੋ ਤੁਹਾਨੂੰ ਕਿਤੇ ਕੋਈ ਟ੍ਰੇਨਿੰਗ ਲੈਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਕਿਤੇ ਬਾਹਰ ਇੰਸਟੀਟਿਊਟ 'ਚ ਨਹੀਂ ਜਾਣਾ ਬਿਨਾਂ ਕਿਸੇ ਟ੍ਰੇਨਿੰਗ ਦੇ ਤੁਸੀਂ ਕਿੱਦਾਂ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਹੋ ਇਹ ਉਹਦਾ ਹੱਲ ਹੈ ਤੁਸੀਂ ਦੇਖੋ ਤਾਂ ਸਹੀ ਤੁਸੀਂ ਅਗਰ ਬਾਰ-ਬਾਰ ਚੀਜ਼ਾਂ ਨੂੰ ਸੁਣੋਗੇ ਠੀਕ ਹੈ ਉਹਨੂੰ ਭਾਵੇਂ ਸਲੋ ਕਰਕੇ ਸੁਣ ਲਓ 0.5x 'ਤੇ ਸੁਣ ਲਓ 0.75x 'ਤੇ ਸੁਣ ਲਓ ਅਗਰ ਨਹੀਂ ਪਤਾ ਚੱਲਦਾ ਪਿਆ ਵੀ ਉਹ ਜੋ ਇੰਗਲਿਸ਼ ਸਪੀਕਰ ਬੋਲ ਰਿਹਾ ਹੈ ਨਾ ਤੁਹਾਨੂੰ ਸਮਝ ਨਹੀਂ ਆ ਰਹੀ ਜਾਂ ਉਹ ਬਹੁਤ ਤੇਜ਼ ਬੋਲ ਰਿਹਾ ਤੁਹਾਨੂੰ ਲੱਗ ਰਿਹਾ ਤੇ ਤੁਸੀਂ ਸਲੋ ਹੈਗੇ ਹੋ ਕਿਉਂਕਿ ਮੇਰੇ ਨਾਲ ਵੀ ਅਕਸਰ ਇਹੀ ਹੁੰਦਾ ਸੀਗਾ ਮੈਨੂੰ ਵੀ ਇੱਕ ਟਾਈਮ 'ਤੇ ਨਹੀਂ ਆਉਂਦੀ ਸੀ ਅੰਗਰੇਜ਼ੀ ਸਮਝ ਆਉਣੀ ਹੈ ਨਾ ਅਤੇ ਮੈਂ ਵੀ ਇੱਦਾਂ ਹੀ ਕਰਦਾ ਹੁੰਦਾ ਸੀਗਾ ਅਤੇ ਦੂਸਰਾ ਕੰਮ ਮੈਂ ਕੀ ਕਰਦਾ ਸੀ ਮੈਂ ਸਬਟਾਈਟਲਸ ਨੂੰ ਹਮੇਸ਼ਾ ਲਗਾ ਕੇ ਸੁਣਦਾ ਸੀਗਾ ਉਸ ਟਾਈਮ 'ਤੇ ਤਾਂ ਅਸੀਂ ਸਬਟਾਈਟਲਸ ਦੀ ਫਾਈਲ ਵੱਖਰੀ ਡਾਊਨਲੋਡ ਕਰੀਦਾ ਸੀਗਾ ਅਗਰ ਜੋ ਮੇਰੀ ਉਮਰ ਦੇ ਨੇ ਜਾਂ ਮੇਰੇ ਤੋਂ ਵੱਡੇ ਨੇ ਉਹ ਇਹ ਸਮਝ ਸਕਦੇ ਨੇ ਵੀ ਉਸ ਟਾਈਮ ਅਸੀਂ ਟੋਰੈਂਟ ਤੋਂ ਜਾਂ ਗੂਗਲ ਤੋਂ
ਫਾਈਲ .srt ਫਾਰਮੈਟ ਹੁੰਦਾ ਸੀ, ਉਹਨੂੰ ਡਾਊਨਲੋਡ ਕਰਦੇ ਸੀਗੇ ਤੇ ਆਪਣੀ ਮੂਵੀ ਦੇ ਵਿੱਚ ਘਰ ਐਡ ਕਰਦੇ ਸੀਗੇ ਤੇ ਫਿਰ ਆਪਾਂ ਉਹਨੂੰ ਸਬਟਾਈਟਲਸ ਦੇ ਨਾਲ ਸੁਣਦੇ ਸੀ। ਅੱਜ ਦੀ ਡੇਟ 'ਚ ਨੈਟਫਲਿਕਸ 'ਚ ਤਾਂ ਆਟੋਮੈਟਿਕਲੀ ਉਹ ਸਬਟਾਈਟਲਸ ਹੁੰਦੇ ਨੇ, ਤੁਹਾਨੂੰ ਕੋਈ ਵੱਖਰੇ ਤੋਂ ਐਡ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਤਾਂ ਤੁਸੀਂ ਹਮੇਸ਼ਾ ਸਬਟਾਈਟਲਸ ਨੂੰ ਪੜ੍ਹ ਕੇ ਸੁਣਨ ਦੀ ਕੋਸ਼ਿਸ਼ ਕਰੋ, ਕਿਉਂਕਿ ਕੀ ਹੋਊਗਾ, ਬਹੁਤ ਵਾਰੀ ਅਸੀਂ ਭਾਸ਼ਾ ਸੁਣਦੇ ਹਾਂ ਜਦੋਂ ਸਾਨੂੰ ਨਹੀਂ ਪਤਾ ਚੱਲਦਾ ਉਹ ਕੀ ਬੋਲ ਗਿਆ, ਉਹ ਵਰਡ ਸੁਣ ਕੇ ਨਹੀਂ ਪਤਾ ਚੱਲੇਗਾ, ਉਹ ਪੜ੍ਹ ਕੇ ਪਤਾ ਚੱਲੇਗਾ। ਤਾਂ ਉਹਨੂੰ ਪੜ੍ਹਨ ਦੀ ਕੋਸ਼ਿਸ਼ ਕਰੋ, ਉਹਨੂੰ ਪੜ੍ਹੋ। ਇਹਦੇ ਨਾਲ ਕੀ ਹੋਊਗਾ, ਇਨੀਸ਼ੀਅਲੀ ਤੁਸੀਂ ਜਦੋਂ ਪੜ੍ਹੋਗੇ ਤੁਸੀਂ ਬੋਲਣ ਦੀ ਕੋਸ਼ਿਸ਼ ਵੀ ਕਰ ਸਕਦੇ ਨਾਲ, ਹੈ ਨਾ। ਤਾਂ ਤੁਸੀਂ ਨਾ ਕਾਪੀ ਕੈਟ ਬਣ ਜਾਓ ਬੇਸ਼ਰਮ ਹੋ ਕੇ, ਤੁਸੀਂ ਸੁਣੋ ਅਤੇ ਬੋਲੀ ਜਾਓ ਨਾਲ ਨਾਲ, ਠੀਕ ਹੈ। ਸਲੋ ਕਰ ਦਿਓ ਸਪੀਚ ਰੇਟ, ਉਹਨੂੰ ਬੋਲੋ, ਉਹਨੂੰ ਬਾਰ-ਬਾਰ ਪ੍ਰੈਕਟਿਸ ਕਰੋ। ਦੇਖੋ ਤੁਹਾਡੀ ਜੀਭ 'ਤੇ ਚੜ੍ਹਦੇ ਨੇ ਵਰਡ ਕਿ ਨਹੀਂ ਚੜ੍ਹਦੇ, ਦੇਖੋ ਵੀ ਉਹ ਕਿਸ ਕੌਂਟੈਕਸਟ ਦੇ ਵਿੱਚ ਕਿੱਦਾਂ ਗੱਲ ਕਰਦੇ ਨੇ, ਕਿਹੜੀ ਲੈਂਗੁਏਜ ਯੂਜ਼ ਕਰਦੇ ਨੇ, ਕੀ ਵੋਕੈਬਲਰੀ ਯੂਜ਼ ਕੀਤੀ ਹੈ, ਕਿਸ ਲਹਿਜ਼ੇ 'ਚ ਗੱਲ ਹੋਈ ਹੈ ਨਾ, ਕਿਸ ਅੰਦਾਜ਼ 'ਚ ਗੱਲ ਹੋਈ ਹੈ, ਕਿਸ ਰਿਦਮ 'ਚ ਗੱਲ ਹੋਈ ਹੈ। ਇਹ ਸਾਰੀਆਂ ਚੀਜ਼ਾਂ ਨੂੰ ਤੁਹਾਨੂੰ ਗੌਰ ਕਰਨਾ ਪੈਣਾ। ਜਦੋਂ ਤੁਸੀਂ ਗੌਰ ਕਰ ਰਹੇ ਹੋ, ਇਹ ਪਹਿਲੀ ਗੱਲ ਇਹ ਦਰਸਾ ਰਿਹਾ ਵੀ ਤੁਸੀਂ ਬਹੁਤ ਜ਼ਿਆਦਾ ਐਬਜ਼ੋਰਬਡ ਹੋ, ਹੈ ਨਾ। ਤੁਹਾਨੂੰ ਐਕਸਪੀਰੀਅੰਸ ਜਿਹੜਾ ਬਹੁਤ ਇਮਰਸਿਵ ਆ ਰਿਹਾ, ਤੁਸੀਂ ਇੰਜੋਏ ਕਰ ਰਹੇ ਹੋ, ਜਾਂ ਤੁਹਾਡੇ ਮਨ ਦੇ ਵਿੱਚ ਇੱਕ ਸ਼ਿੱਦਤ ਹੈ ਸਿੱਖਣ ਦੀ, ਹੈ ਨਾ। ਇਹ ਸਾਰੀਆਂ ਚੀਜ਼ਾਂ ਉਹਦੇ ਪਹਿਲੂ ਨੇ, ਇਹ ਤੁਹਾਨੂੰ ਦਿਖਾ ਰਹੇ ਨੇ, ਇਹ ਸਿੰਪਟਮਸ ਨੇ ਉਸ ਚੀਜ਼ ਦੇ। ਤਾਂ ਤੁਸੀਂ ਅਗਰ ਇਹ ਕੰਮ ਕਰਦੇ ਹੋ ਤਾਂ ਕੀ ਹੋਏਗਾ, ਵਿਦਨ ਅ ਮੈਟਰ ਆਫ 15 to 30 days ਯੂ ਵਿਲ ਬੀ ਏਬਲ ਟੂ ਬਿਕਮ ਮੋਰ ਕੰਫਰਟੇਬਲ, ਰਾਈਟ। ਤੁਸੀਂ ਕੰਫਰਟੇਬਲ ਹੋ ਜਾਓਗੇ ਚੀਜ਼ਾਂ ਨੂੰ ਸਮਝਣ ਦੇ ਪੁਆਇੰਟ ਆਫ ਵਿਊ ਤੋਂ, ਤੁਹਾਨੂੰ ਮਜ਼ਾ ਆਉਣਾ ਸ਼ੁਰੂ ਹੋ ਜਾਏਗਾ। ਅਤੇ ਜਿਹੜਾ ਇਨਸਾਨ 30 ਦਿਨ ਲਈ ਸਰਵਾਈਵ ਕਰ ਗਿਆ ਨਾ ਇਹ ਵੈਬ ਸੀਰੀਜ਼ ਨੂੰ, ਡਾਕੂਮੈਂਟਰੀਜ਼ ਨੂੰ, ਇੰਗਲਿਸ਼ ਲੈਕਚਰ ਨੂੰ ਸੁਣਨ ਦੇ ਵਿੱਚ, ਉਹ ਫਿਰ ਰੁਕਦਾ ਨਹੀਂ, ਉਹਨੂੰ ਝੱਸ ਚੜ੍ਹ ਜਾਊਗਾ। ਪਰ ਇਹਦੇ ਵਿੱਚ ਨਾ ਇੱਕ ਸਭ ਤੋਂ ਵੱਡਾ ਰਿਸਕ ਇਹ ਹੈ ਵੀ ਅਸੀਂ ਨਾ ਬਹੁਤ ਜ਼ਿਆਦਾ ਲਿਸਨਿੰਗ ਨੂੰ ਇੰਜੋਏ ਕਰਨ ਲੱਗ ਜਾਂਦੇ ਹਾਂ, ਚਾਹੇ ਉਹ ਲਿਸਨਿੰਗ ਮੋਡਿਊਲ ਹੀ ਹੈ, ਚਾਹੇ ਉਹ ਕੋਈ ਮੂਵੀ ਹੈ। ਡੋਂਟ ਲਿਸਨ ਟੂ ਇੰਜੋਏ, ਲਿਸਨ ਟੂ ਫੋਕਸ ਔਨ ਦ ਸਟਰਾਈਕਿੰਗ ਫੀਚਰ, ਵਾਟ, ਵੈਨ, ਹਾਊ, ਠੀਕ ਹੈ। ਵਾਟ, ਵੈਨ, ਹਾਊ, ਵਾਈ, ਇਹ ਸਭ ਚੀਜ਼ਾਂ 'ਤੇ ਫੋਕਸ ਕਰੋ। ਨਿਚੋੜ ਉੱਤੇ, ਕਰਕਸ ਉੱਤੇ, ਕੋਰ ਉੱਤੇ ਫੋਕਸ ਕਰਨਾ ਸਿੱਖੋ। ਬਹਿ ਨਾ ਜਾਓ ਇੰਜੋਏ ਕਰਕੇ, ਕਿਉਂਕਿ ਪਤਾ ਇਹ ਸੁਣਨਾ ਬਹੁਤ ਸੌਖਾ, ਇਸੇ ਕਰਕੇ ਲਿਸਨਿੰਗ ਮੋਡਲ ਸਾਰੇ ਦਬਾ ਦਬ ਕਰੀ ਜਾਂਦੇ ਨੇ। ਰੀਡਿੰਗ ਮਾਡਲ ਕਰਨਾ ਹੋਵੇ ਤਾਂ ਹਿਜਕਦੇ ਨੇ, ਹੈ ਨਾ। ਪੰਜਾਬੀ ਜਿਹਨੂੰ ਕਹੀਏ ਵੀ ਮੌਤ ਪੈਂਦੀ ਹੈ, ਪਿੱਛੇ ਹਟਦੇ ਹਾਂ ਆਪਾਂ, ਹੈਜ਼ੀਟੇਟ ਕਰਦੇ ਹਾਂ ਆਪਾਂ। ਤਾਂ ਲਿਸਨਿੰਗ ਮਾਡਲ ਨੂੰ ਬਾਹਲਾ ਇੰਜੋਏ ਨਾ ਕਰੋ, ਇੰਜੋਏ ਕਰਨ ਵਾਸਤੇ ਨਹੀਂ ਹੈ, ਫੋਕਸ ਕਰਨ ਵਾਸਤੇ, ਹੈ ਨਾ। ਸੋ ਫੋਕਸ ਟੂ concentrate on the things that matters the most, and that is the ਨਿਚੋੜ, the core, the crux ਕੀ ਹੈਗਾ। ਤੇ learn to recognize what's the detail ਮਤਲਬ ਫਾਲਤੂ ਚੀਜ਼ਾਂ ਕੀ ਨੇ, ਹੈ ਨਾ। ਆਪਾਂ ਸਿਰਫ ਉਹਨੂੰ ਸਮਰਾਈਜ਼ ਕਰਨਾ ਸਿੱਖੀਏ। ਜਦੋਂ ਅਸੀਂ ਸੁਣ ਰਹੇ ਹਾਂ, ਸਾਡਾ ਪੈਨ ਜਦੋਂ ਅਸੀਂ ਮਾਡਲ ਨੂੰ ਅਟੈਂਪਟ ਕਰਦੇ ਪਏ ਹਾਂ ਉਦੋਂ ਹੀ ਉੱਠੇ ਜਦੋਂ ਸਾਨੂੰ ਸਮਝ ਆ ਗਿਆ ਵੀ ਯਾਰ ਆਹ ਡੀਟੇਲ ਹੈ, ਮੈਂ ਫਟਾਫਟ ਕੀਵਰਡਸ ਲਿਖ ਲਵਾਂ। ਮੇਰੀ ਗੱਲ ਸਮਝ ਰਹੇ ਹੋ, ਕਿਉਂਕਿ ਤੁਸੀਂ ਅਗਰ ਇਹ ਦੋਨਾਂ ਦੇ ਚੀਜ਼ਾਂ ਦੇ ਵਿਚਕਾਰ ਵੀ ਜਿਹੜੀ ਚੀਜ਼ ਜ਼ਰੂਰੀ ਹੈ ਅਤੇ ਜਿਹੜੀ ਚੀਜ਼ ਡਿਟੇਲ ਹੈ ਨਹੀਂ ਜ਼ਰੂਰੀ, ਅਗਰ ਇਹ ਦੋਨਾਂ ਦੇ ਵਿੱਚ ਡਿਸਟਿੰਗੁਇਸ਼ ਕਰਨਾ ਨਹੀਂ ਨਾ ਸਿੱਖੋਗੇ ਤਾਂ ਤੁਸੀਂ ਏਮਲੈਸਲੀ ਸੁਣੀ ਜਾ ਰਹੇ ਹੋ, ਤਾਂ ਤੁਸੀਂ ਟਾਈਮ ਵੇਸਟ ਕਰ ਰਹੇ ਹੋ, ਤਾਂ ਤੁਹਾਡੇ ਦਿਮਾਗ 'ਚ ਚੀਜ਼ਾਂ ਉੱਤੋਂ ਦੀ ਲੰਘ ਜਾਣਗੀਆਂ। ਕਿਉਂਕਿ ਅਗਰ ਤੁਹਾਨੂੰ ਕੋਈ ਕਹਿੰਦਾ ਵੀ ਯਾਰ 2 ਘੰਟੇ ਦੀ ਮੂਵੀ ਨੂੰ ਮੈਨੂੰ 5 ਮਿੰਟ ਜਾਂ 10 ਮਿੰਟ 'ਚ ਸਮਰਾਈਜ਼ ਕਰ ਦੇ ਵੀ ਕੀ ਹੈ, ਅਗਰ ਤੁਸੀਂ ਨਹੀਂ ਕਰ ਪਾਉਂਦੇ ਹੋ ਤਾਂ ਰੈਕਗਨਾਈਜ਼ ਵੀ ਤੁਸੀਂ ਨਹੀਂ ਸੁਣਿਆ, ਰਾਈਟ। ਲਿਸਨਿੰਗ ਅਤੇ ਹੀਅਰਿੰਗ 'ਚ ਫਰਕ ਹੁੰਦਾ। Listening means you're focused upon what's being talked to you, right, what's being spoken to you. ਤੇ hearing ਹੁੰਦਾ ਵੀ you just hearing it, ਕੰਨ ਦੇ ਵਿੱਚ ਆਵਾਜ਼ ਪੈ ਰਹੀ ਹੈ, ਤੁਹਾਨੂੰ ਪਤਾ ਚੱਲ ਰਿਹਾ, and you're hearing it, you're not focusing it, you aren't mentally present, right. ਤੁਹਾਡੀ ਇੰਟੈਂਸ਼ਨ ਕਲੀਅਰ ਨਹੀਂ ਸੀਗੀਆਂ ਜਦੋਂ ਤੁਸੀਂ ਚੀਜ਼ ਨੂੰ ਸੁਣ ਰਹੇ ਸੀਗੇ, you were somewhere else wandering, ਹੈ ਨਾ, ਤੁਸੀਂ ਕੁਝ ਹੋਰ ਹੀ ਸੋਚ ਰਹੇ ਸੀਗੇ। ਤਾਂ ਮੇਕ ਸ਼ੋਰ ਜਦੋਂ ਆਲਰੇਡੀ ਬੈਠੇ ਹੀ ਹੋ ਸੁਣਨ ਤਾਂ ਉਹਨੂੰ ਚੱਜ ਨਾਲ ਸੁਣੋ। ਅਤੇ ਇਹ ਚੀਜ਼ਾਂ ਦੀ ਪ੍ਰੈਕਟਿਸ ਜਦੋਂ ਕਰਦੇ ਜਾਓਗੇ ਤੁਸੀਂ ਹੌਲੀ ਹੌਲੀ ਇੰਪਰੂਵ ਹੁੰਦੇ ਜਾਓਗੇ। ਤੁਸੀਂ ਜਦੋਂ ਵੀ ਇਹਨੂੰ ਸੁਣੋ, ਜਦੋਂ ਮੈਂ ਵੀ ਸੁਣਦਾ ਹੁੰਦਾ ਸੀਗਾ ਤਾਂ ਮੈਂ ਇਹਨੂੰ ਹਮੇਸ਼ਾ ਕੀ ਕਰਦਾ ਸੀਗਾ, ਮੈਂ ਹਮੇਸ਼ਾ ਚੀਜ਼ਾਂ ਨੂੰ ਸੁਣਦਾ ਸੀਗਾ, ਉਹਨੂੰ ਟਰਾਂਸਲੇਟ ਕਰਦਾ ਸੀਗਾ, ਟਰਾਂਸਲੇਟ ਕਰਕੇ ਚੀਜ਼ਾਂ ਨੂੰ ਜਦੋਂ ਮੈਂ ਸਮਝਣਾ ਤਾਂ ਉਹਨੂੰ ਮੈਂ ਇਸਤੇਮਾਲ ਕਰਨਾ ਆਪਣੀ ਡੇਲੀ ਲਾਈਫ ਦੇ ਵਿੱਚ, ਉਹਨੂੰ ਮੈਂ ਡੇਲੀ ਲਾਈਫ 'ਚ ਇਸਤੇਮਾਲ ਕਰਦਾ ਸੀਗਾ। ਤਾਂ ਡੇਲੀ ਲਾਈਫ 'ਚ ਕਿੱਦਾਂ ਇਸਤੇਮਾਲ ਕਰਦਾ ਸੀ, ਮੰਨ ਲਓ ਮੈਂ ਕੋਈ ਵੀ ਵਰਡ ਸਿੱਖਿਆ, ਹੈ ਨਾ, ਕੋਈ ਵੀ ਸੈਂਟੈਂਸ ਫਾਰਮੇਸ਼ਨ ਸਿੱਖੀ ਤਾਂ ਮੈਂ ਉਹਨੂੰ ਯੂਜ਼ ਕਰਨੀ, ਤਾਂ ਮੈਂ ਉਹਨੂੰ ਰੋਜ਼ਮਰ੍ਹਾ ਜ਼ਿੰਦਗੀ ਦੇ ਵਿੱਚ ਆਪਣੀ ਲਾਈਫ ਦੇ ਨਾਲ, ਆਪਣੇ ਪਾਸਟ, ਆਪਣੇ ਪ੍ਰੈਜੈਂਟ, ਆਪਣੇ ਫਿਊਚਰ ਦੇ ਨਾਲ, ਮੈਂ ਕਿਤੇ ਜਾ ਰਿਹਾ ਬਾਹਰ, ਠੀਕ ਹੈ, ਕਿਉਂਕਿ ਮੈਨੂੰ ਐਸੇ ਮੌਕੇ ਮਿਲੇ ਜਿੱਥੇ ਮੈਂ ਇਹਨੂੰ ਇਸਤੇਮਾਲ ਕਰ ਸਕਿਆ। ਫੋਰ ਐਗਜ਼ਾਮਪਲ ਮੈਂ ਕਾਲਜ ਦੇ ਵਿੱਚ ਇੰਟਰਵਿਊਜ਼ ਦਿੰਦਾ ਸੀਗਾ, ਮੈਂ ਗਰੁੱਪ ਡਿਸਕਸ਼ਨਸ ਕਰਦਾ ਸੀਗਾ, ਵੀ ਯੂਜ਼ ਟੂ ਟਾਕ ਟੂ ਪੀਪਲ ਫਰੋਮ ਡਿਫਰੈਂਟ ਬਿਜ਼ਨਸਿਸ, ਹੈ ਨਾ। ਬਹੁਤ ਸਾਰੇ ਪ੍ਰੋਜੈਕਟਸ ਹੁੰਦੇ ਸੀਗੇ ਜਿੱਥੇ ਅਸੀਂ ਇੰਗਲਿਸ਼ 'ਚ ਗੱਲ ਕਰਨੀ ਹੈਗੀ ਹੈ ਅਤੇ ਜਾ ਕੇ ਫੰਡਿੰਗ ਲੈਣੀ ਹੈਗੀ ਹੈ, ਜਾਂ ਉਸ ਤੋਂ ਬਾਅਦ ਵੀ ਬੀਇੰਗ ਅ ਸਪੋਕਸ ਪਰਸਨ ਆਫ 2 different organizations, then running my own business,
then to talking to people across the globe on various matters related to English language, be it content creation, be it translation and transcription, be it proofreading, right, be it business purposes, be it investment purposes। ਤਾਂ ਇਹ ਸਾਰੇ ਜਿਹੜੇ ਤੌਰ ਤਰੀਕੇ ਨੇ ਨਾ, ਜਾਂ ਜਿਹੜੇ ਸੋਰਸਿਸ ਨੇ ਜਿਹਦੇ ਥਰੂ ਤੁਸੀਂ ਉਹਨੂੰ ਇੰਪਲੀਮੈਂਟ ਕਰਦੇ ਹੋ, ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਆਟੋਮੈਟਿਕਲੀ ਆਉਣੇ ਸ਼ੁਰੂ ਹੋ ਜਾਣਗੇ ਜਦੋਂ ਤੁਸੀਂ ਇਸ ਰਾਹ 'ਤੇ ਚੱਲੋਗੇ। ਗੱਲ ਸਿਰਫ ਇੰਨੀ ਹੈ ਵੀ ਰਾਹ 'ਤੇ ਚੱਲੋ, ਹੈ ਨਾ। ਤੁਸੀਂ ਪੈਰ ਤਾਂ ਪੁੱਟੋ ਇੱਕ ਰਸਤੇ 'ਤੇ, ਤੁਹਾਨੂੰ ਪਰਮਾਤਮਾ ਆਪੇ ਹੀ ਸਭ ਕੁਝ ਸਿਖਾ ਦੂਗਾ, ਪਰ ਤੁਸੀਂ ਸਹੀ ਰਸਤੇ 'ਤੇ ਪੈਰ ਪੁੱਟੋ। ਬਹੁਤ ਵਾਰੀ ਅਸੀਂ ਮਿਹਨਤ ਤਾਂ ਬਹੁਤ ਕਰਦੇ ਹਾਂ, ਪਰ ਸਾਡਾ ਰਸਤਾ ਗਲਤ ਹੁੰਦਾ, ਜਾਂ ਅਸੀਂ ਏਮਲੈਸਲੀ ਤੁਰਦੇ ਹੁੰਦੇ ਹਾਂ। ਤਾਂ ਮੇਕ ਸ਼ੋਰ ਏਮਲੈਸ ਨਾ ਹੋਵੇ ਅਤੇ ਰਸਤਾ ਵੀ ਗਲਤ ਨਾ ਹੋਵੇ। ਸਹੀ ਰਸਤੇ 'ਤੇ ਪੈਰ ਪੁੱਟੋ। ਜੋ ਚੀਜ਼ ਸੁਣਦੇ ਹੋ ਉਹਨੂੰ ਗ੍ਰੈਸਪ ਕਰੋ, ਆਪਣੀ ਡਾਇਰੀ ਲਗਾਓ, ਜੋ ਚੀਜ਼ਾਂ ਨਵੀਆਂ ਸਿੱਖਦੇ ਹੋ ਉਹਨਾਂ ਸੈਂਟੈਂਸਿਸ ਨੂੰ ਨੋਟ ਡਾਊਨ ਕਰਦੇ ਜਾਓ, ਠੀਕ ਹੈ। ਨੋਟ ਡਾਊਨ ਕਰਦੇ ਜਾਓ ਨਵੇਂ ਸੈਂਟੈਂਸਿਸ ਨੂੰ, ਕੋਈ ਵੋਕੈਬਲਰੀ ਵਰਡ ਸਿੱਖੇ ਹੋ ਉਹਨੂੰ ਨੋਟ ਡਾਊਨ ਕਰਦੇ ਜਾਓ, ਉਹਦਾ ਮੀਨਿੰਗ ਲਿਖੋ। ਜਦੋਂ ਤੁਸੀਂ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਸੇਮ ਵਰਡਸ ਨੂੰ ਰਿਪੀਟ ਹੁੰਦੇ ਦੇਖੋਗੇ ਨਾ, ਸੇਮ ਸੈਂਟੈਂਸਿਸ ਨੂੰ, ਤਾਂ ਆਟੋਮੈਟਿਕਲੀ ਤੁਹਾਡੇ ਜੀਭ 'ਤੇ ਚੜ੍ਹ ਜਾਣਗੇ, ਤੁਹਾਡੇ ਦਿਮਾਗ 'ਚ ਵੀ ਬੈਠ ਜਾਣਗੇ, ਇੱਕ ਇਮੇਜ ਬਣ ਜਾਏਗੀ। ਕਹਿ ਲਓ PDF ਫੋਲਡਰ ਤੁਹਾਡੇ ਦਿਮਾਗ 'ਚ ਸੈੱਟ ਹੋ ਗਿਆ। ਤੁਸੀਂ ਜਦੋਂ ਮਰਜ਼ੀ ਉਹਨੂੰ ਦੁਬਾਰਾ ਸੁਣੋਗੇ, ਰਿਟਰੀਵ ਕਰ ਲਓਗੇ, ਰਾਈਟ ਅਵੇ ਯੂ ਵੁਡ ਅੰਡਰਸਟੈਂਡ ਦੈਟ। ਤਾਂ ਜਿਹੜੀ ਹੁਣ ਲਿਸਨਿੰਗ ਅਤੇ ਇੰਟਰਪ੍ਰੀਟੇਸ਼ਨ ਆ, ਉਹ ਜਿਹੜੀ ਪਹਿਲਾਂ ਸਲੋ ਸੀ ਨਾ, ਉਹ ਹੁਣ ਬਹੁਤ ਕੁਇੱਕ ਹੋ ਜੂਗੀ, ਰਾਈਟ ਅਵੇ ਹੋ ਜੂਗੀ, ਸਪੌਂਟੇਨੀਅਸ ਹੋ ਜੂਗੀ। ਤਾਂ ਉਹਦੇ ਨਾਲ ਤੁਸੀਂ ਜਿਹੜੀ ਐਗਜ਼ੀਕਿਊਸ਼ਨ ਹੈ ਨਾ, ਉਹ ਵੀ ਬਹੁਤ ਛੇਤੀ ਕਰੋਗੇ, ਕਿਉਂਕਿ ਉਹ ਚੀਜ਼ ਤੁਹਾਡੇ ਦਿਲੋਂ ਦਿਮਾਗ 'ਚ ਬੈਠੀ ਹੋਈ ਨਾ ਆਲਰੇਡੀ, ਕਿਉਂਕਿ ਕਿੰਨੀ ਵਾਰ ਸੁਣ ਲਿਆ ਤੁਸੀਂ, ਗੱਲ ਸਮਝ ਰਹੇ ਹੋ। ਤਾਂ ਇੱਦਾਂ ਤੁਸੀਂ ਬਹੁਤ ਕੁਇੱਕ ਹੋ ਜਾਓਗੇ। ਤਾਂ ਜਿਹੜੇ ਲੋਕ 7 ਬੈਂਡ 8 ਬੈਂਡ 9 ਬੈਂਡ ਲਿਸਨਿੰਗ ਸਕੋਰ ਕਰਦੇ ਨੇ, ਉਹਨਾਂ ਦੇ ਪਿੱਛੇ ਇਹ ਸਕਿੱਲ ਹੁੰਦੀ ਹੈ, ਇਹ ਉਹਨਾਂ ਦੀ ਮਿਹਨਤ ਹੁੰਦੀ ਹੈ। ਇਹ ਨਹੀਂ ਹੁੰਦਾ ਵੀ ਅਗਰ ਤੁਹਾਨੂੰ ਕੋਈ ਕਹਿੰਦਾ ਵੀ ਮੈਂ ਮਹੀਨੇ 'ਚ ਤਿਆਰੀ ਕਰ ਲਈ ਜੀ ਅਤੇ ਬੈਂਡ ਲੈ ਲਿਆ ਨੇ, ਇਹਦਾ ਮਤਲਬ ਇਹ ਨਹੀਂ ਵੀ ਉਹਨੇ ਮਹੀਨੇ 'ਚ ਤਿਆਰੀ ਕੀਤੀ। ਉਹਦੇ ਪਿੱਛੇ ਉਹਦੇ ਬਹੁਤ ਮਹੀਨਿਆਂ ਦੀ, ਬਹੁਤ ਸਾਲਾਂ ਦੀ ਹੋ ਸਕਦਾ ਤਿਆਰੀ ਹੈ, ਸਟਰਗਲਸ ਨੇ, ਸੈਟਬੈਕਸ ਨੇ, ਹੈ ਨਾ, ਫੇਲਿਊਰਸ ਨੇ, ਜਿਨ੍ਹਾਂ ਤੋਂ ਉੱਠ ਕੇ ਫਿਰ ਅੱਗੇ ਵਧਿਆ ਆ। ਤਾਂ ਉਹ ਤੁਸੀਂ ਨਹੀਂ ਜਾਣਦੇ। ਹੁਣ ਮੈਂ ਅਗਰ ਇੰਨੀ ਇੰਗਲਿਸ਼ ਬੋਲ ਪਾ ਰਿਹਾ ਵਾਂ, ਇਹ ਇਸ ਕਰਕੇ ਨਹੀਂ ਹੈ ਵੀ ਮੈਂ ਹੁਣੇ ਮਹੀਨਾ 2 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਅੰਗਰੇਜ਼ੀ ਸਿੱਖਣੀ ਸ਼ੁਰੂ ਕੀਤੀ ਨਾ ਬੋਲ ਪਾ ਰਿਹਾ ਨਾ। ਇਟਸ ਬੀਨ ਮਾਈ ਹੈਬਿਟ ਫॉर ਲਾਈਕ 13-14 years now, right? I've been through various challenges in life wherein I had to speak in English. I had to express everything I knew or had an idea on, to speak in English in front of people around the globe, right? I had spoken with so many students, I had trained so many students, I had discussed, debated on various matters, and then I became so comfortable. And even today, I'm learning, I'm listening to some other stuff as well. मैं भी आज सीख रहा हूँ। ये नहीं भी मैं परफेक्ट हो गया, मैं भी बहुत कुछ सुन रहा हूँ। ਤਾਂ ਮੈਨੂੰ ਕੋਈ ਸੁਣਨ ਦੇ ਵਾਸਤੇ ਕੋਈ ਸਰਟੀਫਿਕੇਸ਼ਨ ਥੋੜੀ ਚਾਹੀਦੀ, ਕੋਈ ਮੈਨੂੰ ਕੋਰਸ ਥੋੜੀ ਕਰਨਾ ਪੈ ਰਿਹਾ ਨਾ। ਤੁਸੀਂ ਆਪਣਾ ਸਬਜੈਕਟ ਚੂਜ਼ ਕਰੋ ਜਿਹਦੇ ਤੁਸੀਂ ਸੁਣਨਾ ਚਾਹੁੰਦੇ ਹੋ। ਤਾਂ ਤੁਸੀਂ ਉਹ ਸਬਜੈਕਟ ਤਾਂ ਚੂਜ਼ ਕਰ ਸਕਦੇ ਹੋ ਜਿੱਥੇ ਤੁਹਾਨੂੰ ਪਤਾ ਚੱਲੇ ਵੀ ਤੁਸੀਂ ਕਮਜ਼ੋਰ ਕਿੱਥੇ ਹੋ। ਜਿੱਥੇ ਤੁਸੀਂ ਕਮਜ਼ੋਰ ਹੋ, ਆਪਣੀ ਵੀਕਨੈਸ ਨੂੰ ਖੁਦ ਲੱਭੋ, ਕਿਉਂਕਿ ਤੁਹਾਡੇ ਤੋਂ ਵੱਡਾ ਜੱਜ ਕੋਈ ਨਹੀਂ ਹੈਗਾ। ਤੁਹਾਡੇ ਤੋਂ ਵੱਧ ਕਿਸੇ ਨੂੰ ਨਹੀਂ ਪਤਾ ਤੁਹਾਡੇ 'ਚ ਕਮੀ ਕੀ ਹੈ। ਤਾਂ ਆਪਣੀ ਵੀਕਨੈਸ ਲੱਭੋ, ਉਸ ਵੀਕਨੈਸ 'ਤੇ ਕੰਮ ਕਰਨ ਦੀ ਕੋਸ਼ਿਸ਼ ਕਰੋ। ਅੱਜ ਤਾਂ ਆਪਾਂ ਇੰਟਰਨੈਟ ਦੇ ਟਾਈਮ 'ਚ ਬੈਠੇ ਹਾਂ, ਸਾਨੂੰ ਹਰ ਇੱਕ ਚੀਜ਼ ਗੂਗਲ 'ਤੇ ਮਿਲ ਸਕਦੀ ਹੈ, YouTube 'ਤੇ ਮਿਲ ਸਕਦੀ ਹੈ, ਅਤੇ ਅਸੀਂ ਅੱਜ ਵੀ ਨਾ ਲੱਭੀਏ ਫਿਰ ਸਾਡੇ 'ਤੇ ਲਾਹਨਤ ਹੀ ਹੋਈ ਨਾ। ਅਤੇ ਅਸੀਂ ਕਿਉਂ ਨਾ ਲੱਭੀਏ ਜਦ ਸਾਡੇ ਕੋਲ ਇਹ ਸਾਰੇ ਪ੍ਰਿਵਿਲੇਜਸ ਹੈਗੇ ਨੇ। ਸਾਡੇ ਮਾਂ ਪਿਓ ਕੋਲ ਥੋੜ੍ਹੀ ਉਸ ਟਾਈਮ 'ਤੇ ਹੁੰਦਾ ਸੀਗਾ। ਤਾਂ ਸਾਡੇ ਕੋਲ ਤਾਂ ਇਹ ਪ੍ਰਿਵਿਲੇਜ ਹੈ, ਸਾਨੂੰ ਇਹਦਾ ਫਾਇਦਾ ਲੈਣਾ ਚਾਹੀਦਾ, ਨਹੀਂ ਤਾਂ ਇਹ ਵੇਸਟ ਚਲੇ ਜਾਊਗਾ, ਹੈ ਨਾ। ਅਤੇ ਸਾਰੇ ਅੱਗੇ ਵੱਧ ਜਾਣਗੇ, ਅਸੀਂ ਪਿੱਛੇ ਰਹਿ ਜਾਵਾਂਗੇ। ਤਾਂ ਮੇਕ ਸ਼ੋਰ ਵੀ ਇਸ ਪ੍ਰੈਕਟਿਸ ਨੂੰ ਇੰਪਲੀਮੈਂਟ ਕਰੋ ਆਪਣੀ ਡੇਲੀ ਇਸ ਇੰਗਲਿਸ਼ ਲਿਸਨਿੰਗ ਦੀ ਤਿਆਰੀ ਦੇ ਵਿੱਚ, ਜਿਹਦੇ ਨਾਲ ਤੁਸੀਂ ਆਇਲਸ, PT, TOEFL ਕੋਈ ਵੀ ਐਗਜ਼ਾਮ ਦੇ ਰਹੇ ਹੋ ਉਹਨੂੰ ਤਾਂ ਤੁਸੀਂ ਕੱਢ ਹੀ ਪਾਓਗੇ, ਪਰ ਆਪਣੇ ਆਪ ਦੀ ਜਿਹੜੀ ਕੋਰ ਇੰਗਲਿਸ਼ ਲਿਸਨਿੰਗ ਸਕਿੱਲਸ ਨੇ ਅਤੇ ਸਪੀਕਿੰਗ ਸਕਿੱਲਸ ਨੇ ਉਹਨੂੰ ਵੀ ਇੰਪਰੂਵ ਕਰ ਲਓਗੇ। ਤਾਂ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਅੱਜ ਦੀ, ਤਾਂ ਮੇਕ ਸ਼ੋਰ ਯੂ ਲਾਈਕ ਇਟ, share it with your friends, right? And do subscribe the channel if you haven't already, and see you until the next video. Thanks for watching up until here. Bye.